ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਤੇ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲਈ ਜਿੱਥੇ ਅੱਜ ਖੁਸ਼ੀ ਦਾ ਦਿਨ ਹੈ, ਉਹਨਾਂ ਦਾ ਅੱਜ ਵਿਆਹ ਹੋਣ ਜਾ ਰਿਹਾ, ਤੇ ਦੂਜੇ ਪਾਸੇ ਕਾਂਗਰਸ ਦੇ ਲਈ ਅੱਜ ਦਿਨ ਜਿਹੜਾ ਉਹ ਮਾੜਾ ਲੱਗ ਰਿਹਾ। ਇੱਕ ਵੱਡੇ ਲੀਡਰ ਦੀ ਉਹਨਾਂ ਦੇ ਗ੍ਰਿਫਤਾਰੀ ਹੋਈ ਹੈ ਔਰ 5 ਹੋਰ ਸਾਬਕਾ ਮੰਤਰੀ ਜਿਹੜੇ ਗ੍ਰਿਫਤਾਰ ਕੀਤੇ ਜਾ ਰਹੇ ਨੇ। ਕਿਹੜੇ ਕੀਤੇ ਜਾ ਸਕਦੇ ਆ ਜਿਹੜੇ ਗ੍ਰਿਫਤਾਰ ਸਾਬਕਾ ਮੰਤਰੀ, ਉਹ ਤੁਹਾਨੂੰ ਦੱਸਾਂਗੇ। ਆਖਰ ਮਾਮਲਾ ਕੀ ਆ, ਕਿਹੜਾ ਲੀਡਰ ਫੜਿਆ ਗਿਆ, ਕਿਵੇਂ ਫੜਿਆ ਗਿਆ, ਕਾਰਨ ਕੀ ਰਹੇ, ਉਹ ਤੁਹਾਨੂੰ ਦੱਸਾਂਗੇ। ਤਾਂ ਉਧਰ ਗੱਲਬਾਤ ਕਰਾਂਗੇ ਕਿ ਇੱਕ ਮੌਜੂਦਾ ਮੰਤਰੀ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਕਿਹੜਾ ਉਹ ਮੰਤਰੀ ਹੈ, ਕਿਉਂ ਅਸਤੀਫਾ ਦਿੱਤਾ ਗਿਆ, ਉਸ 'ਤੇ ਗੱਲਬਾਤ ਕਰਾਂਗੇ। ਕੈਪਟਨ ਅਮਰਿੰਦਰ ਸਿੰਘ ਨੂੰ ਝਟਕਾ ਲੱਗਿਆ, ਕੀ ਝਟਕਾ ਲੱਗਿਆ, ਇਹਨਾਂ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਦੇ ਲਈ ਮੇਰੇ ਨਾਲ ਜੁੜੇ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖੀ ਸਾਹਿਬ, ਮੈਂ ਕਹਿੰਦਾ 2 ਮਿੰਟ ਗੱਲ ਮਾੜੀ ਜੀ ਆਪਾਂ ਭਗਵੰਤ ਮਾਨ ਦੇ ਵਿਆਹ ਤੇ ਕਰ ਲਈਏ, ਬਾਕੀ ਗੱਲਾਂ ਜਿਹੜੀਆਂ ਨੇ ਉਹ ਬਾਅਦ ਦੀਆਂ ਨੇ। ਅਣਖੀ ਸਾਹਿਬ, ਸੋਸ਼ਲ ਮੀਡੀਆ ਤੇ ਆਪਾਂ ਦੇਖ ਰਹੇ ਹਾਂ ਬਹੁਤ ਸਾਰੇ ਵਿਦਵਾਨ, ਆਪਣੇ ਆਪ ਨੂੰ ਵਿਦਵਾਨ ਕਹਾਉਂਦੇ ਲੋਕ, ਜਿਹੜੇ ਆਪਣੀ ਅਕਲ ਦਾ ਜਨਾਜ਼ਾ ਸੋਸ਼ਲ ਮੀਡੀਆ ਤੇ ਕੱਢਦੇ ਨੇ, ਉਹ ਭਗਵੰਤ ਸਿੰਘ ਮਾਨ ਦੇ ਵਿਆਹ ਨੂੰ ਲੈ ਕੇ ਕਈ ਤਰੀਕੇ ਦੇ ਸਵਾਲ ਵੀ ਚੁੱਕ ਰਹੇ ਨੇ। ਠੀਕ ਹੈ, ਮੁੱਖ ਮੰਤਰੀ ਹੋਣ ਦੇ ਨਾਤੇ ਭਗਵੰਤ ਮਾਨ ਦੀਆਂ ਜਿਹੜੀਆਂ ਉਹ ਨੁਕਤਾਚੀਨੀਆਂ ਕੀਤੀਆਂ ਜਾ ਸਕਦੀਆਂ ਨੇ। ਭਗਵੰਤ ਮਾਨ ਦੇ ਨਾਲ ਸਿਆਸੀ ਤੌਰ ਤੇ ਜਾਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜਿਹੜੇ ਕਈ ਤਰੀਕੇ ਦੇ ਮਤਭੇਦ ਜਿਹੜੇ ਭਗਵੰਤ ਮਾਨ ਦੇ ਨਾਲ ਹੋ ਸਕਦੇ ਆ, ਪਰ ਨਿੱਜੀ ਲਾਈਫ ਤੇ ਸਵਾਲ ਕਰਨੇ ਇਹ ਕਿੱਥੋਂ ਤੱਕ ਜਾਇਜ਼ ਹੈ? ਵਿਆਹ ਤਾਂ ਬਹੁਤ ਜਣਿਆਂ ਦੇ ਹੁੰਦੇ ਆ, ਕਈ 2-2 3-3 4-4 ਵੀ ਕਰਵਾਈ ਫਿਰਦੇ ਆ, ਤੇ ਕਈ ਬਿਨਾਂ ਤਲਾਕ ਦੇ ਵੀ ਕਰਵਾਈ ਫਿਰਦੇ ਆ। ਇਹ ਤਾਂ ਫਿਰ ਇਹਨਾਂ ਦੇ ਤਲਾਕ ਹੋ ਚੁੱਕਿਆ ਹੈ। ਅਣਖ ਸਾਹਿਬ, ਕਿਵੇਂ ਦੇਖਦੇ ਹੋ ਇਹੋ ਜਿਹੇ ਵਿਦਵਾਨਾਂ ਦੇ ਬਾਰੇ? ਆਪਾਂ ਜ਼ਿਆਦਾ ਇਹੋ ਜਿਹੇ ਵਿਦਵਾਨਾਂ ਨੂੰ ਤਰਜੀਹ ਨਹੀਂ ਦੇਣੀ, ਜ਼ਿਆਦਾ ਟਾਈਮ ਨਹੀਂ ਦੇਣਾ, 1-1.5 ਮਿੰਟ ਦੇ ਵਿੱਚ ਆਪਾਂ ਗੱਲ ਜਿਹੜੀ ਸਮਾਪਤ ਕਰਨੀ ਹੈ। ਇਹੋ ਜਿਹੇ ਵਿਦਵਾਨਾਂ ਨੂੰ ਕਿਵੇਂ ਲਾਹਨਤ ਪਾਓਗੇ? ਜਦੋਂ ਫੇਸਬੁੱਕ ਤੇ ਜਿਹੜੇ ਆਰਗੇਨਾਈਜ਼ਰ ਨੇ ਜੁੜ ਕੇ ਉਸਨੇ ਜਦੋਂ ਫੇਸਬੁੱਕ ਦਾ ਇਜਾਦ ਕੀਤਾ, ਤਾਂ ਉਹਨੂੰ ਇਹ ਨਹੀਂ ਸੀ ਪਤਾ ਕਿ ਇਹ ਜਿਹੜਾ ਫੇਸਬੁੱਕ ਆ ਜਾਂ ਸੋਸ਼ਲ ਮੀਡੀਆ, ਇਹ ਲੋਕਾਂ ਦੀ ਤੰਗਦਿਲੀ ਦਾ ਜਾਂ ਲੋਕਾਂ ਦੀ ਸੋਚ ਦਾ ਜਨਾਜ਼ਾ ਵੀ ਕੱਢੇਗਾ। ਤੰਗਦਿਲੀ ਸੋਚ ਦਾ। ਤੇ ਜਿਸ ਤਰੀਕੇ ਦੇ ਨਾਲ ਕੱਲ ਐਲਾਨ ਹੋਇਆ, ਤਾਂ ਉਸ ਤੋਂ ਮਗਰ ਸੋਸ਼ਲ ਮੀਡੀਆ ਦੇ ਖਾਸ ਤੌਰ ਤੇ ਫੇਸਬੁੱਕ ਜਿਹੜੇ ਯੋਧੇ ਨੇ ਜਾਂ ਵਿਦਵਾਨ ਨੇ, ਉਹਨਾਂ ਨੇ ਜਿਸ ਤਰੀਕੇ ਨਾਲ ਇਸ ਭਗਵੰਤ ਮਾਨ ਦੀ ਸ਼ਾਦੀ ਦੇ ਸੰਬੰਧੀ, ਵਿਆਹ ਦੇ ਸੰਬੰਧੀ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ, ਕਰਨੇ ਸ਼ੁਰੂ ਕੀਤੇ, ਉਹਨਾਂ ਦੇ ਵਿੱਚ ਜ਼ਿਆਦਾ ਉਹ ਲੋਕ ਸਨ ਜਿਹੜੇ ਕਿਸੇ ਨਾ ਕਿਸੇ ਰਵਾਇਤੀ ਪਲੇਟਫਾਰਮ ਪਾਰਟੀਆਂ ਨਾਲ ਜੁੜੇ ਆ, ਜਿਨ੍ਹਾਂ ਦਾ ਕੰਮ ਸਿਰਫ ਤੇ ਸਿਰਫ ਇਹੀ ਆ ਕਿ ਉਸ ਬੰਦੇ ਦੀ ਆਲੋਚਨਾ ਕਰਦਾ। ਹੁਣ ਉਹਦੀ ਆਲੋਚਨਾ ਜਿਹੜੀ ਉਸ ਵਿਆਹ ਦੀ ਇਸ ਪੱਖ ਤੋਂ ਹੋ ਰਹੀ ਹੈ ਕਿ ਇਹਨੇ ਭਗਤ ਸਿੰਘ ਵਰਗਾ ਸੋਚ ਅਪਣਾਈ, ਭਗਤ ਸਿੰਘ ਵਰਗਾ ਰੰਗ ਬੰਨਿਆ, ਤੇ ਭਗਤ ਸਿੰਘ ਦੀ ਸੋਚ ਤੋਂ ਚੱਲ ਕਿਉਂ ਨਹੀਂ ਰਿਹਾ। ਹੁਣ ਬੰਦਾ ਪੁੱਛੇ ਜੀ, ਭਗਤ ਸਿੰਘ ਹੁਣੀ ਸੋਚ ਉਹਨਾਂ ਦੀ ਇਹ ਥੋੜਾ ਸੀ ਕਿ ਹਾਂ ਕਿ ਬੰਦਾ ਵਿਆਹ ਹੀ ਨਾ ਕਰਾਵੇ। ਜੇਕਰ ਕੱਲ ਨੂੰ ਹੁਣ ਉਹ ਆਪਣੇ ਮਾਤਾ ਪਿਤਾ ਵੱਲ, ਮਾਂ ਵੱਲ ਜਾਂ ਭੈਣ ਵੱਲ ਸਮਰਪਿਤ ਹੁੰਦੇ ਨੇ ਭਗਵੰਤ ਮਾਨ ਨਹੀਂ, ਕੱਲ ਨੂੰ ਫਿਰ ਇਹ ਫੇਸਬੁੱਕ ਜਿਹੜੇ ਇਹਦੇ ਉੱਤੇ ਸਵਾਲ ਉਠਾਉਣਗੇ। ਸੋ ਘੱਟ ਤੋਂ ਘੱਟ ਲੋਕਾਂ ਨੂੰ, ਜਿਹੜੇ ਫੇਸਬੁੱਕ ਚਲਾਉਣ ਵਾਲੇ ਲੋਕ ਨੇ, ਉਹਨਾਂ ਨੂੰ ਜ਼ਰੂਰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਇਹ ਇੱਕ ਨਿਜਤਾ ਦਾ ਮਾਮਲਾ, ਔਰ ਉਹ ਜੋ ਕੁਝ ਕਰ ਰਿਹਾ ਉਸ ਪਰੰਪਰਾਗਤ ਜਿਹੜਾ ਵਿਧੀ ਵਿਧਾਨ ਆ ਉਹਦੇ ਨਾਲ ਕਰ ਰਿਹਾ। ਉਹ ਕਿਸੇ ਦੂਸਰੇ ਬੰਨੇ 2 ਨੰਬਰ ਦੇ ਵਿੱਚ ਲੈ ਕੇ ਨਹੀਂ, ਕਿ ਫਾਰਮਾਂ ਵਿੱਚ ਰੱਖ ਰਿਹਾ। ਇੱਕ ਵਿਆਹ ਜਿਹੜਾ ਕਰ ਰਿਹਾ, ਤਾਂ ਉਸ ਵਿਆਹ ਨੂੰ ਇੱਕ ਵਧੀਆ ਤਰੀਕੇ ਨਾਲ ਵੇਖਣਾ ਚਾਹੀਦਾ। ਕੇਵਲ ਆਪਣੀ ਆਲੋਚਨਾ ਦੇ ਸ਼ਿਕਾਰ ਕਰਕੇ, ਜਾਂ ਉਹ ਸਾਡਾ ਪਸੰਦ ਨਹੀਂ ਹੈਗਾ ਤੇ ਇਸ ਕਰਕੇ ਅਸੀਂ ਉਸਦੀ ਆਲੋਚਨਾ ਕਰਨੀ ਹੀ ਕਰਨੀ ਹੈ, ਇਸ ਕਰਕੇ ਇਹਦੇ ਤੋਂ ਗੁਰੇਜ਼ ਕਰਨਾ ਚਾਹੀਦਾ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਸੋਸ਼ਲ ਮੀਡੀਆ ਦਾ ਹਥਿਆਰ ਆ ਲੋਕਾਂ ਵਾਸਤੇ, ਲੋਕਾਂ ਦੀ ਸੋਚ ਦੀ ਪ੍ਰਗਟਾਵੇ ਵਾਸਤੇ ਬਣਿਆ, ਔਰ ਬਣਿਆ ਰਵੇ। ਇਹਦੇ ਵਿੱਚ ਭਰੋਸੇਯੋਗਤਾ ਲੋਕਾਂ ਦੀ ਕਾਇਮ ਰਵੇ। ਵਿਚਾਰਾਂ ਦੀ ਜੰਗ ਜਿਹੜੀ ਉਹ ਕਾਇਮ ਰਹਿਣੀ ਚਾਹੀਦੀ ਹੈ, ਨਾ ਕਿ ਕਿਸੇ ਦੇ ਨਿੱਜੀ ਜੀਵਨ ਦੇ ਉੱਤੇ ਤੁਸੀਂ ਇਸ ਹਥਿਆਰ ਨੂੰ ਵਰਤ ਕੇ ਉਹਦੇ ਉੱਤੇ ਚੱਕਰ ਸੁੱਟੋ। ਇਹਦੇ ਉੱਤੇ ਫੇਸਬੁੱਕ ਜਾਂ ਯੋਧਿਆਂ ਨੂੰ ਜ਼ਰੂਰ ਬਚਣਾ ਚਾਹੀਦਾ ਜੀ। ਤਾਂ ਅਣਖੀ ਸਾਹਿਬ, ਆਪਾਂ ਅਗਲੀ ਖਬਰ ਦੀ ਜਿਹੜੀ ਆ ਉਹ ਸ਼ੁਰੂਆਤ ਕਰ ਲੈਂਦੇ ਹਾਂ। ਕਾਂਗਰਸ ਦਾ ਇੱਕ ਵੱਡਾ ਲੀਡਰ, ਇੰਪਰੂਵਮੈਂਟ ਟਰਸਟ ਦਾ ਜਿਹੜਾ ਸਾਬਕਾ ਚੇਅਰਮੈਨ ਸੀ, ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਸੀ, ਉਹ ਜਿਹੜੇ ਆ ਗ੍ਰਿਫਤਾਰ ਕਰ ਲਏ ਗਏ ਨੇ, ਤੇ ਵਿਜੀਲੈਂਸ ਦੇ ਵੱਲੋਂ ਜਿਹੜੀ ਇਹ ਗ੍ਰਿਫਤਾਰੀ ਹੋਈ ਹੈ। ਤੇ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਪਤਾ ਇਹ ਲੱਗਿਆ ਕਿ 5 ਮੰਤਰੀ ਵੀ ਰਡਾਰ ਤੇ ਆ ਗਏ ਨੇ, ਤੇ ਉਹਨਾਂ ਦੀ ਵੀ ਜਿਹੜੀ ਗ੍ਰਿਫਤਾਰੀ ਹੋ ਸਕਦੀ ਹੈ ਜਲਦੀ। ਤਾਂ ਕਿਵੇਂ ਦੇਖਦੇ ਹੋ ਕਿ ਜਿਹੜਾ ਇਹ ਮਾਮਲਾ ਸੀ ਪੂਰਾ ਕੀ ਪੂਰੀ ਕਹਾਣੀ ਸੀ? ਸੁਖਵਿੰਦਰ ਜੀ, ਤੁਹਾਨੂੰ ਯਾਦ ਹੋਏਗਾ ਕਿ ਆਪਣੇ ਵਿਆਹ ਤੋਂ ਇੱਕ ਦਿਨ ਪਹਿਲਾਂ, ਜਿਸ ਦਿਨ ਉਹ ਇੱਕ ਚੈਨਲ ਦੇ ਉੱਤੇ ਬੋਲ ਰਹੇ ਸਨ, ਭਗਵੰਤ ਸਿੰਘ ਮਾਨ ਨੇ ਇੰਨੀ ਗੱਲ ਕਹੀ ਸੀ
ਕਿ ਆਉਂਦਿਆਂ ਦਿਨਾਂ 'ਚ ਵੇਖਿਓ ਕਿੰਨੇ ਵੱਡੇ ਚਿਹਰੇ ਜਿਹੜੇ ਬੇਨਕਾਬ ਕੀਤੇ ਜਾਂਦੇ ਆ। ਉਸੇ ਪ੍ਰਸੰਗ ਦੇ ਵਿੱਚ ਕੱਲ ਅੰਮ੍ਰਿਤਸਰ ਹਕੂਮਤ ਟਰਸਟ ਦੇ ਇਸ ਲਈ ਸਾਬਕਾ ਚੇਅਰਮੈਨ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਇੱਕ ਪਲਾਟ ਜਿਹੜਾ ਰਣਜੀਤ ਐਵੀਨਿਊ ਦੇ ਵਿੱਚ ਇੱਕ ਪਲਾਟ ਹੈ 204 ਨੰਬਰ, ਉਹਦੇ ਉੱਤੇ ਕੋਠੀ ਵੀ ਜਿਹੜੀ ਬਣੀ ਆ, ਉਹਦੇ ਉੱਤੇ ਇਲਜ਼ਾਮ ਇਹ ਲਾਇਆ ਗਿਆ ਕਿ ਜਿਹੜੇ ਸਾਬਕਾ ਚੇਅਰਮੈਨ ਨੇ ਉਹਨਾਂ ਨੇ ਆਪਣੇ ਕਿਸੇ ਖਾਸ ਕਰੀਬੀ ਨੂੰ ਸਰਕਾਰੀ ਕੀਮਤਾਂ ਤੋਂ ਬਹੁਤ ਘੱਟ ਰੇਟ ਤੇ ਉਹ ਫਾਇਦਾ ਜਿਹੜਾ ਉਹਨਾਂ ਨੂੰ ਪਹੁੰਚਾਇਆ ਹੈਗਾ, ਔਰ ਬਕਾਇਦਾ ਤੌਰ ਤੇ ਜਿਹੜੀ ਸਰਕਾਰੀ ਕੀਮਤ ਆ ਉਸ ਤੋਂ ਬਹੁਤ ਥੱਲੇ ਜਾ ਕੇ ਉਸ ਪੋਸ਼ ਏਰੀਏ ਦੇ ਵਿੱਚ ਜਿਹੜਾ ਉਹ ਕੋਠੀ, ਉਹ ਪਲਾਟ ਜਿਹੜਾ 204 ਨੰਬਰ ਜਿਹੜਾ ਪਲਾਟ ਹੈਗਾ ਉਹ ਅਲਾਟ ਕੀਤਾ ਗਿਆ। ਇਹਦੇ ਨਾਲ ਹੀ ਨਾਲ ਇਹ ਵੀ ਇਲਜ਼ਾਮ ਸਾਬਕਾ ਚੇਅਰਮੈਨ ਤੇ ਲੱਗਾ ਹਕੂਮਤ ਟਰਸਟ ਦੇ ਕਿ ਉਹਨਾਂ ਨੇ ਆਪਣੇ ਇੱਕ ਖਾਸ ਨਜ਼ਦੀਕੀ ਨੂੰ ਇਹ ਵੇਰਕੇ ਦੇ ਲਾਗੇ ਇੱਕ ਬੂਥ ਜਿਹੜਾ ਉਹ ਲੈ ਕੇ ਦਿੱਤਾ, ਤਾਂ ਬੂਥ ਇਸ ਤਰੀਕੇ ਨਾਲ ਦਿੱਤਾ ਕਿ ਉਹ ਬੰਦਾ ਬੇਰੁਜ਼ਗਾਰ ਆ ਔਰ ਬੜਾ ਸਸਤੇ ਦੇ ਵਿੱਚ ਲੈ ਕੇ ਦਿੱਤਾ ਕਿ ਹਾਲਾਂਕਿ ਉਹ ਬੰਦਾ ਵੀ ਬਹੁਤ ਅਮੀਰ ਹੈਗਾ। ਇਹੋ ਜਿਹੇ ਜਿਹੜੇ ਇਲਜ਼ਾਮ ਸੀ ਇਹ ਬੀਤੇ ਦੌਰ 'ਚ ਵੀ ਉਹ ਸਾਬਕਾ ਚੇਅਰਮੈਨ ਦੇ ਉੱਤੇ ਲੱਗਦੇ ਰਹੇ ਨੇ। ਤਾਂ ਖੈਰ ਹੁਣ ਜਿਹੜਾ ਉੱਥੋਂ ਦਾ ਚਾਰਜ ਆ ਉਹ ਉੱਥੋਂ ਦੇ ਡਿਪਟੀ ਕਮਿਸ਼ਨਰ ਕੋਲ ਹੈ ਹਕੂਮਤ ਟਰਸਟ ਅੰਮ੍ਰਿਤਸਰ ਦਾ। ਤਾਂ ਜਦੋਂ ਉਹਨਾਂ ਨੇ ਇਸ ਸਾਰੇ ਮਸਲੇ ਦੀ ਇਨਕੁਆਇਰੀ ਕਰਾਈ ਤਾਂ ਉਹਦੇ ਵਿੱਚੋਂ ਬਹੁਤ ਕੁਝ ਇਹੋ ਜਿਹਾ ਲੱਭਾ ਜਿਹੜਾ ਸਾਬਕਾ ਚੇਅਰਮੈਨ ਦੇ ਗਲੇ ਤੱਕ ਜਾਂਦਾ ਸੀ। ਤਾਂ ਅਖੀਰ ਪੁਲਿਸ ਨੇ ਜਿਹੜੀ FIR ਲਾਂਚ ਕੀਤੀ। FIR ਲਾਂਚ ਕਰਨ ਤੋਂ ਬਾਅਦ ਬੀਤੀ ਰਾਤ ਉਸ ਨੂੰ ਗ੍ਰਿਫਤਾਰੀ ਕਰ ਲਿਆ ਗਿਆ। ਤਾਂ ਇਸ ਤੋਂ ਅੱਜ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ। ਹੁਣ ਸੁਖਵਿੰਦਰ ਜੀ ਜਿਹੜੀ ਚਰਚਾ ਇਹ ਹੈ ਕਿ ਹੁਣ ਅੱਗੇ ਕੀ ਹੋਵੇਗਾ, ਕਿਉਂਕਿ ਇਹ ਸਾਬਕਾ ਚੇਅਰਮੈਨ ਕਿਸੇ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੀ ਬੜੇ ਕਰੀਬੀ ਰਹੇ ਨੇ। ਤਾਂ ਫਿਰ ਇਹ ਸਬੰਧ ਵਿਗੜ ਗਏ ਤਾਂ ਇਹੋ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਐਸ ਉਮੀਦਵਾਰ ਵੀ ਖਲੋਤੇ, ਵਿਰੋਧਤਾ ਵੀ ਹੋਈ ਔਰ ਸਮਝਿਆ ਜਾ ਰਿਹਾ ਸੀ ਕਿ ਇਹ ਜਦੋਂ ਇਹ ਉਹੀ ਜਿਹੜੇ ਅਣਖੀ ਸਾਹਿਬ ਹੈਗੇ ਆ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਿਹੜੇ ਚੇਅਰਮੈਨ ਨੂੰ ਹਟਾਇਆ ਸੀ ਨਵਜੋਤ ਸਿੰਘ ਸਿੱਧੂ ਨੇ, ਇਹੀ ਸੀਗੇ ਜਿਹੜੇ ਗ੍ਰਿਫਤਾਰ ਕੀਤੇ ਗਏ। ਇਹਨਾਂ ਨੂੰ ਹਟਾਇਆ ਸੀ ਜਦੋਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਬਣੀ। ਜੀ ਬਿਲਕੁਲ। ਤਾਂ ਇਹ ਕੁਦਰਤੀ ਤੌਰ ਤੇ ਇਹਨਾਂ ਉੱਤੇ ਇਹ ਇਲਜ਼ਾਮ ਲੱਗਦਾ ਰਿਹਾ ਉਸ ਤੋਂ ਮਗਰੋਂ ਕਿ ਇਹਨਾਂ ਨੂੰ ਜਿਹੜੇ ਪਟਿਆਲੇ ਦੇ ਇੱਕ ਮੰਤਰੀ ਨੇ ਬ੍ਰਹਮ ਮਹਿੰਦਰਾ, ਉਹਨਾਂ ਦਾ ਆਸ਼ੀਰਵਾਦ ਵੀ ਪ੍ਰਾਪਤ ਆ, ਤੇ ਦੂਜੇ ਪਾਸੇ ਦੇ ਜਿਹੜੇ ਲੁਧਿਆਣੇ ਦੇ ਜਿਹੜੇ ਮੰਤਰੀ ਨੇ ਭਾਰਤ ਭੂਸ਼ਣ ਆਸ਼ੂ, ਉਹਨਾਂ ਦਾ ਵੀ ਆਸ਼ੀਰਵਾਦ ਪ੍ਰਾਪਤ ਰਿਹਾ ਇਹਨਾਂ ਸਾਬਕਾ ਚੇਅਰਮੈਨ। ਤਾਂ ਹੁਣ ਕੁਦਰਤੀ ਤੌਰ ਤੇ ਜਿਹੜੀ ਜਾਂਚ ਆ ਉਹ ਇਹਨਾਂ ਦੋ ਮੰਤਰੀਆਂ ਵੱਲ ਤਾਂ ਜਾ ਹੀ ਰਹੀ ਆ। ਇਸ ਦੇ ਨਾਲ ਅੰਮ੍ਰਿਤਸਰ ਦਾ ਇੱਕ ਹੋਰ ਮੰਤਰੀ ਆ ਜਿਹਦੇ ਵੱਲੋਂ ਇਹ ਵੀ ਸਮਝਿਆ ਜਾ ਰਿਹਾ ਕਿ ਉਹਨੂੰ ਵੀ ਇਸ ਸਾਬਕਾ ਚੇਅਰਮੈਨ ਨੂੰ ਉਸ ਦਾ ਆਸ਼ੀਰਵਾਦ ਜਿਹੜਾ ਉਹ ਪ੍ਰਾਪਤ ਸੀ। ਸੋ ਤਿੰਨ ਮੰਤਰੀ ਤਾਂ ਇਸ ਲਾਈਮਲਾਈਟ ਦੇ ਵਿੱਚ ਹਨ। ਹੁਣ ਜਿਹੜੀ ਜ਼ਿਆਦਾ ਗਾਦ ਆ ਉਹ ਭਾਰਤ ਭੂਸ਼ਣ ਆਸ਼ੂ ਤੇ ਡਿੱਗ ਸਕਦੀ ਆ ਔਰ ਦੂਜੇ ਪਾਸੇ ਬ੍ਰਹਮ ਮਹਿੰਦਰਾ ਦੇ ਉੱਤੇ, ਕਿਉਂਕਿ ਬ੍ਰਹਮ ਮਹਿੰਦਰਾ ਹਮੇਸ਼ਾ ਇਸ ਚੇਅਰਮੈਨ ਦੇ ਦਫ਼ਤਰ ਦੇ ਵਿੱਚ ਆਉਂਦੇ ਜਾਂਦੇ ਵਿਖੇ ਜਾਂਦੇ ਰਹੇ ਨੇ। ਤਾਂ ਇਹ ਵੀ ਉਹਨਾਂ ਕੋਲ ਜਾ ਕੇ ਮਿਲਦੇ ਰਹੇ ਨੇ। ਤਾਂ ਕੁਦਰਤੀ ਤੌਰ ਤੇ ਉਹ ਜਿਹੜਾ ਵਰਤਾਰਾ ਆ ਜਿਹੜਾ ਪਿਛਲੇ ਦੌਰ 'ਚ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਹੁੰਦਾ ਰਿਹਾ ਔਰ ਜਿਸ ਤਰੀਕੇ ਨਾਲ ਹੁਣ ਆਮ ਆਦਮੀ ਪਾਰਟੀ ਉਹ ਸਾਰੀਆਂ ਪੱਤਾਂ ਖੋਲਦੀ ਪਈ ਆ, ਤਾਂ ਕੁਦਰਤੀ ਤੌਰ ਤੇ ਜਿਹੜਾ ਹੱਥ ਆ ਉਹ ਇਹਨਾਂ ਦੇ ਕਲਾਵੇ ਤੱਕ ਤਾਂ ਜਾਵੇਗਾ, ਚਾਹੇ ਉਹ ਬ੍ਰਹਮ ਮਹਿੰਦਰਾ ਹੋਣੀ ਹੋਣ ਤੇ ਚਾਹੇ ਉਹ ਭਾਰਤ ਭੂਸ਼ਣ ਆਸ਼ੂ ਹੋਣ। ਇੱਕ ਦੋ ਮੰਤਰੀ ਕਹਿੰਦੇ ਆ ਹੋਰ ਨੇ, ਪਰ ਇਹ ਜਿਹੜੇ ਦੋ ਨਾਮ ਨੇ ਇਹ ਪੂਰਨ ਪ੍ਰਮੁਖਤਾ ਦੇ ਨਾਲ ਅੱਗੇ ਚੱਲਦੇ ਪਏ ਆ, ਜਿਨ੍ਹਾਂ ਦੇ ਉੱਤੇ ਕਾਰਵਾਈ ਕਿਸੇ ਸਮੇਂ ਵੀ ਸੰਭਵ ਜਿਹੜੀ ਹੋ ਸਕਦੀ ਆ। ਬਾਕੀ ਇਸ ਚੇਅਰਮੈਨ ਦੀ ਗ੍ਰਿਫਤਾਰੀ ਦੇ ਸਾਬਕਾ ਚੇਅਰਮੈਨ ਦੀ ਗ੍ਰਿਫਤਾਰੀ ਦੇ ਨਾਲ ਬਹੁਤ ਕੁਝ ਹੋਰ ਵੀ ਇਹੋ ਜਿਹੀ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਿ ਭਗਵੰਤ ਮਾਨ ਦੀ ਸਰਕਾਰ ਕਿਸ ਤਰੀਕੇ ਨਾਲ ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜੀ ਆ ਜ਼ੀਰੋ ਟੋਲਰੈਂਸ ਦੇ ਤਹਿਤ ਲੜਾਈ ਜਿਹੜੀ ਉਹ ਲੜਦੀ ਪਈ ਹੈ। ਜਿਵੇਂ ਕੱਲ ਹੀ ਉਹਨਾਂ ਨੇ ਇੱਕ DSP ਨੂੰ ਰਿਸ਼ਵਤ ਲੈਂਦਿਆਂ ਵੀ ਫੜ ਲਿਆ ਔਰ ਇਹ ਵੀ ਪਤਾ ਲੱਗਾ ਇੱਕ DIG ਜਿਹੜਾ ਹੈ ਉਹ ਵੀ ਇਸ ਵੇਲੇ ਜਿਹੜਾ ਉਸ ਨੂੰ ਨਜ਼ਰਬੰਦ ਕੀਤਾ ਗਿਆ, ਉਹ ਵੀ ਰਡਾਰ ਤੇ ਆ। ਉਹਦੇ ਵਿਰੁੱਧ ਵੀ ਕਾਰਵਾਈ ਅੱਜ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਇੱਕ DIG ਦੇ ਵਿਰੁੱਧ ਵੀ ਗ੍ਰਿਫਤਾਰੀ ਉਹਦੀ ਵਿਖਾਈ ਜਾ ਸਕਦੀ ਆ। ਸੋ ਆਉਂਦਿਆਂ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਰਫ਼ਤਾਰ ਫੜੀ ਹੈ ਆਮ ਆਦਮੀ ਪਾਰਟੀ ਨੇ, ਤਾਂ ਜ਼ਰੂਰੀ ਹੈ ਕਿ ਆਉਂਦਿਆਂ ਦਿਨਾਂ 'ਚ ਵੱਡੇ ਧਮਾਕੇ ਜਿਹੜੇ ਆ ਉਹ ਹੋਣਗੇ। ਉਹ ਧਮਾਕੇ ਜਿਹੜੇ ਨੇ ਉਹ ਸਾਬਕਾ ਕਾਂਗਰਸੀ ਮੰਤਰੀਆਂ ਵਿਧਾਇਕਾਂ ਦੇ ਸੰਬੰਧ ਵਿੱਚ ਵੀ ਹੋ ਸਕਦੇ ਆ ਤੇ ਦੂਜੇ ਪਾਸੇ ਅਕਾਲੀਆਂ ਦੇ ਪ੍ਰਸੰਗ ਦੇ ਵਿੱਚ ਵੀ ਹੋ ਸਕਦੇ ਆ, ਕਿਉਂਕਿ ਜਿਸ ਤਰੀਕੇ ਨਾਲ ਭਗਵੰਤ ਮਾਨ ਨੇ ਪਰਸੋਂ ਇਹ ਗੱਲ ਕਹੀ ਕਿ ਬੇਅਦਬੀਆਂ ਦੇ ਦੋਸ਼ੀਆਂ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ, ਉਹ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ, ਕਿੰਨੇ ਵੀ ਉੱਚੇ ਪੱਧਰ ਦਾ ਹੋਵੇ, ਕਿਸੇ ਵੀ ਪਰਿਵਾਰ ਨਾਲ ਸੰਬੰਧਿਤ ਹੋਵੇ। ਸੋ ਕਹਿਣ ਦਾ ਅਰਥ ਹੈ ਕਿ ਇਸ ਵੇਲੇ ਹੁਣ ਪਾਰਟੀ ਜਿਹੜੀ ਆ ਫੁੱਲ ਫਾਰਮ 'ਚ ਆ ਗਈ ਆ, ਕਿਉਂਕਿ ਜਿਹੜੀਆਂ ਇੱਕ ਦੋ ਸੱਟਾਂ ਜਿਹੜੀਆਂ ਲੱਗਣੀਆਂ ਸਨ ਖਾਸ ਤੌਰ ਤੇ ਸੰਗਰੂਰ ਦੀ ਜਿਮਨੀ ਚੋਣ, ਉਸ ਤੋਂ ਬਾਅਦ ਬਜਟ ਸੈਸ਼ਨ ਪਾਸ ਹੋ ਗਿਆ, ਬਜਟ ਸੈਸ਼ਨ ਖਤਮ ਹੋ ਗਿਆ, ਜਿਹੜੀ ਆਪਣੇ ਮੰਤਰੀ ਮੰਡਲੀ ਉਹਦੇ ਵਿੱਚ ਵੀ ਵਿਸਥਾਰ ਹੋ ਗਿਆ। ਤਾਂ ਹੁਣ ਲੱਗਦਾ ਕਿ ਜਿਵੇਂ ਸਰਕਾਰ ਜਿਹੜੀ ਆਪਣੀ ਫਾਰਮ ਦੇ ਵਿੱਚ ਆਣ ਕੇ ਪੂਰਨ ਤੌਰ ਤੇ ਇਸੇ ਪਾਸੇ ਲੱਗ ਗਈ ਆ
ਕੱਲ ਜਿਸ ਤਰੀਕੇ ਨਾਲ ਬਿਜਲੀ ਦੇ ਯੂਨਿਟ ਜਿਹੜੇ 600 ਯੂਨਿਟ ਉਹ ਵੀ ਮਾਫ ਮਾਨਕ ਕਰ ਸਾਹਿਬ ਦਿੱਤੇ ਲੱਗਦਾ ਹੈ ਗਏ। ਕਿ ਜਿਸ ਤਰੀਕੇ ਦੇ ਨਾਲ ਗ੍ਰਿਫਤਾਰੀਆਂ ਹੋਣ ਲੱਗੀਆਂ ਨੇ, ਜਿਵੇਂ 5 ਮੰਤਰੀਆਂ ਦੇ ਹੋਰਾਂ ਦੇ ਨਾਮ ਜਿਹੜੇ ਆਉਣ ਲੱਗੇ ਆ, ਤੇ ਰਾਜਾ ਵੜਿੰਗ ਹੋਣੀ ਕੱਲ ਹੁਣ ਜੇਲ੍ਹ 'ਚ ਬੈਠੇ ਲੀਡਰਾਂ ਦੇ ਨਾਲ ਮੁਲਾਕਾਤ ਕਰਨ ਪਹੁੰਚੇ, ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਗਿਣਤੀ ਜਿਹੜੀ ਹੈ ਕਾਂਗਰਸੀਆਂ ਦੀ ਵੱਧ ਜਾਣੀ ਆ, ਤੇ ਰਾਜਾ ਵੜਿੰਗ ਦੇ ਗੇੜੇ ਵੀ ਜਿਹੜੇ ਆ ਵੱਧ ਜਾਣੇ ਆ, ਤੇ ਕਿਤੇ ਇਹ ਵੀ ਹੋ ਸਕਦਾ ਕਿ ਰਾਜਾ ਵੜਿੰਗ ਦੀ ਉਹ ਰੋਡਵੇਜ ਵਾਲੇ ਮਾਮਲੇ ਦੇ ਵਿੱਚ ਵੀ ਕੁਝ ਨਾ ਕੁਝ ਕਰ ਸਕਦੀ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ। ਯਾਨੀ ਕਾਂਗਰਸ ਦੇ ਲਈ ਮੁਸੀਬਤਾਂ ਜ਼ਿਆਦਾ ਨੇ, ਤਾਂ ਉੱਥੇ ਅਕਾਲੀ ਦਲ ਦੇ ਲਈ ਤਾਂ ਹੈਗੀਆਂ ਨੇ, ਜਿੱਥੇ ਉਹ ਹਾਸ਼ੀਏ ਤੇ ਚਲੀ ਗਈ ਹੈ ਸਿਆਸੀ ਤੌਰ ਤੇ, ਉਹਨਾਂ ਵਾਲੇ ਪਾਸੇ ਨੂੰ ਵੀ ਹੁਣ ਕਹਿੰਦੇ ਹੋਣ ਲੱਗੀ ਆ ਆਮ ਆਦਮੀ ਪਾਰਟੀ, ਤਾਂ ਉੱਥੇ ਅਕਾਲੀ ਤੇ ਕਾਂਗਰਸੀ ਦੋਵਾਂ ਦੀ ਵੱਡੀ ਮੁਸੀਬਤ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ। ਸੁਖਵਿੰਦਰ ਜੀ ਉਹ ਤਾਂ ਹੈ ਹੀ ਆ। ਇਹ ਜਿਸ ਤਰੀਕੇ ਨਾਲ ਕੱਲ ਸਾਬਕਾ ਮਾਫ ਕਰਨਾ ਸੁਖਜਿੰਦਰ ਸਿੰਘ ਰੰਧਾਵਾ ਔਰ ਰਾਜਾ ਵੜਿੰਗ ਸਾਬਕਾ ਮੰਤਰੀ ਧਰਮਸੋਤ ਨੂੰ ਮਿਲਣ ਗਏ ਆ, ਔਰ ਆਉਂਦਿਆਂ ਦਿਨਾਂ 'ਚ ਜੇਕਰ ਇਹ ਸਿਲਸਿਲਾ ਵੱਧਦਾ ਤਾਂ ਸ਼ਾਇਦ ਫਿਰ ਇਹ ਜਿਹੜਾ ਰਾਜਾ ਵੜਿੰਗ ਦੇ ਦਬਾਈ ਜਿਹੜੇ ਆ ਫਿਰ ਜੇਲ੍ਹਾਂ ਦੇ ਵਿੱਚ ਹੀ ਸੀਮਤ ਰਹਿਣ, ਤੇ ਇਹ ਵੀ ਹੋ ਸਕਦਾ ਕਿ ਕੱਲ ਨੂੰ ਸਕੰਜਾ ਰਾਜਾ ਵੜਿੰਗ ਦੇ ਦੁਆਲੇ ਦੱਸਿਆ ਜਾਵੇ। ਔਰ ਇੱਥੋਂ ਤੱਕ ਵੀ ਪਤਾ ਲੱਗਾ ਕਿ ਸੁਖਜਿੰਦਰ ਸਿੰਘ ਰੰਧਾਵਾ ਵੀ ਕੁਝ ਜੇਲ੍ਹ ਦੀਆਂ ਉਸਾਰੀਆਂ ਦੇ ਮਸਲੇ ਨੂੰ ਲੈ ਕੇ ਉਸ ਰਡਾਰ ਤੇ ਨੇ, ਖਾਸ ਤੌਰ ਤੇ ਉਸ ਤੋਂ ਇਲਾਵਾ ਮੁਖਤਾਰ ਅੰਸਾਰੀ ਵਾਲੇ ਕੇਸ ਦੇ ਵਿੱਚ ਵੀ ਜਿਹੜੀ ਜਾਂਚ ਆ ਉਹ ਹੋ ਸਕਦੀ ਹੈ ਸੁਖਜਿੰਦਰ ਸਿੰਘ ਰੰਧਾਵਾ ਦੇ ਵੀ। ਇਹ ਵੀ ਜੋ ਸੂਤਰਾਂ ਤੋਂ ਜਿਹੜੀ ਜਾਣਕਾਰੀ ਆ ਉਹ ਮਿਲਦੀ ਪਈ ਆ। ਸੋ ਕਹਿਣ ਦਾ ਅਰਥ ਹੈ ਕਿ ਆਉਂਦਿਆਂ ਦਿਨਾਂ 'ਚ ਬਿਲਕੁਲ ਤੁਸੀਂ ਠੀਕ ਕਹਿ ਰਹੇ ਜੀ ਕਿ ਕਾਂਗਰਸੀਆਂ ਵਾਸਤੇ ਜਿਹੜੇ ਦਿਨ ਜਿਹੜੇ ਨੇ ਉਹ ਮੁਸ਼ਕਲਾਂ ਭਰੇ ਚਿੰਤਤ ਹੋ ਸਕਦੇ ਆ। ਬਾਕੀ ਸੁਖਵਿੰਦਰ ਮੈਨੂੰ ਇਹ ਗੱਲ ਸਮਝ ਨਹੀਂ ਕੱਲ ਆਈ ਕਿ ਕੱਲ ਸੁਖਜਿੰਦਰ ਸਿੰਘ ਰੰਧਾਵਾ ਤੇ ਰਾਜਾ ਵੜਿੰਗ ਸਾਧੂ ਸਿੰਘ ਧਰਮਸੋਤ ਨੂੰ ਮਿਲਣ ਜਾਂਦੇ ਆ ਉਹਦੀ ਜੇਲ੍ਹ ਦੇ ਵਿੱਚ, ਤਾਂ ਇੱਕ ਪਾਸੇ ਜਿਸ ਦਿਨ ਭਗਵੰਤ ਮਾਨ ਦੀ ਕੋਠੀ ਦਾ ਇਹ ਘਰਾਓ ਕਰਨਗੇ ਉਸ ਦਿਨ ਇੰਨੀ ਗੱਲ ਕਹੀ ਸੀ ਕਿ ਅਸੀਂ ਇਹੋ ਜਿਹੇ ਵਿਅਕਤੀ ਦੇ ਨਾਲ ਖੜੇ ਨਹੀਂ, ਸਰਕਾਰ ਆਪਣਾ ਕੰਮ ਕਰੇਗੀ। ਔਰ ਕੱਲ ਦੂਜੇ ਪਾਸੇ ਜਦੋਂ ਉਹਨੂੰ ਮਿਲਣ ਜਾਂਦੇ ਆ ਤਾਂ ਫਿਰ ਇਹ ਦੋਹਰੇ ਮਾਪਦੰਡ ਜਿਹੜੇ ਰਾਜਾ ਵੜਿੰਗ ਵੱਲੋਂ ਅਪਣਾਏ ਜਾ ਰਹੇ ਆ, ਇਹਦੇ ਸੰਬੰਧੀ ਵੀ ਉਹਨਾਂ ਨੂੰ ਆਪਣੀ ਤਸਵੀਰ, ਆਪਣੀ ਰਾਏ, ਆਪਣੀ ਵਿਚਾਰਧਾਰਾ ਸਪਸ਼ਟ ਕਰ ਦੇਣੀ ਚਾਹੀਦੀ ਆ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਇਕਾਈ ਜਿਹੜੀ ਆ ਭ੍ਰਿਸ਼ਟਾਚਾਰੀਆਂ ਦੇ ਨਾਲ ਆ ਜਾਂ ਸਰਕਾਰ ਦੇ ਨਾਲ ਆ ਜਾਂ ਲੋਕਾਂ ਦੇ ਨਾਲ ਹੈਗਾ। ਇਹ ਗੱਲ ਜ਼ਰੂਰ ਜਿਹੜੀ ਸਪਸ਼ਟ ਕਰ ਦੇਣੀ ਚਾਹੀਦੀ ਆ। ਤੇ ਸ਼ਾਇਦ ਇਹੋ ਹੀ ਕਾਰਨ ਆ ਕਿ ਕੱਲ ਨਵਜੋਤ ਸਿੱਧੂ ਨੇ ਉਹਨਾਂ ਨੂੰ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਹ ਨਵਜੋਤ ਸਿੱਧੂ ਜਿਹੜਾ ਬਿਨਾਂ ਕਿਸੇ ਕਾਰਨ ਇੱਕ ਉਸ ਕੇਸ ਦੇ ਵਿੱਚ ਸਜ਼ਾ ਭੁਗਤਦਾ ਪਿਆ, ਉਹਨੂੰ ਇਹਨਾਂ 3 ਮਹੀਨੇ ਇਹਨਾਂ ਨੂੰ ਯਾਦ ਨਹੀਂ ਆਇਆ ਉਸ ਵਿਅਕਤੀ ਨੂੰ ਮਿਲਣ ਵਾਸਤੇ ਜਾਣਾ। ਦੂਜੇ ਪਾਸੇ ਜਿਹੜਾ ਬੰਦਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਪੁਲਿਸ ਨੇ ਡੱਕਿਆ ਉਹਨੂੰ ਜਾ ਕੇ ਰਾਜਾ ਵੜਿੰਗ ਮਿਲਦਾ। ਇਹ ਕਾਂਗਰਸ ਦੀ ਨੀਤੀ ਨੂੰ ਸਪਸ਼ਟ ਕਰਨਾ ਜ਼ਰੂਰੀ ਹੈ, ਖਾਸ ਤੌਰ ਤੇ ਰਾਜਾ ਵੜਿੰਗ ਨੂੰ ਕਿ ਉਹਦਾ ਪੱਖ ਕੀ ਹੈ ਇਹਦੇ ਸੰਬੰਧੀ। ਕੀ ਕਹਿਣਾ ਤਾਂ ਉਹਨਾਂ ਨੇ ਇਹੋ ਹੀ ਹੈ ਕਿ ਜ਼ੀਰੋ ਟਾਵਰ ਮਤਲਬ ਮਾਫ ਕਰਨਾ ਕਿ ਬਦਲਾ ਲਓ ਰਾਜਨੀਤੀ ਆ, ਕੁਝ ਨਹੀਂ ਹੋਇਆ, ਇਹ ਹੋਇਆ ਉਹ ਹੋਇਆ। ਜਦੋਂ ਹੁਣ ਇੰਨਾ ਕੁਝ ਬਰਾਮਦ ਹੋ ਗਿਆ ਜਾਂ ਇੰਨਾ ਕੁਝ ਉਹਦੇ ਇਸ਼ਾਰੇ ਤੇ ਹੋ ਰਿਹਾ ਤਾਂ ਘੱਟੋ ਘੱਟ ਰਾਜਾ ਵੜਿੰਗ ਨੂੰ ਇਹਦੇ ਸੰਬੰਧੀ ਆਪਣੀ ਜਿਹੜੀ ਵਿਚਾਰਧਾਰਾ, ਆਪਣੀ ਸੋਚ ਸਪਸ਼ਟ ਕਰਨੀ ਚਾਹੀਦੀ ਹੈ। ਤੇ ਦੂਜੇ ਪਾਸੇ ਇਹ ਵੀ ਨਾਲ ਆ ਕਿ ਜਿਸ ਤਰੀਕੇ ਨਾਲ ਉਹ ਹੁਣ ਬਾਕੀਆਂ ਨੂੰ ਮਿਲਣ ਜਾ ਰਹੇ ਆ, ਕਿਤੇ ਏਦਾਂ ਨਾ ਹੋਵੇ ਕਿ ਅਗਲੇ ਦਿਨਾਂ 'ਚ ਉਹਨਾਂ ਨੂੰ ਕੋਈ ਮਿਲਣ ਵਾਸਤੇ ਦਿੱਲੀ ਤੋਂ ਕੋਈ ਆਉਂਦਾ ਹੋਵੇ, ਕਿਉਂਕਿ ਉਹਨਾਂ ਤੋਂ ਮਗਰੋਂ ਦਾ ਫਿਰ ਪ੍ਰਧਾਨ ਕੋਈ ਰਹਿ ਹੀ ਨਹੀਂ ਜਾਣਾ। ਸੋ ਆਉਣ ਵਾਲਾ ਸਮਾਂ ਦੱਸੇਗਾ ਕਿ ਕਾਂਗਰਸ ਵਾਸਤੇ ਜਿਹੜੇ ਆਉਂਦੇ ਦਿਨ ਕਿਹੋ ਜਿਹੇ ਹੋਣਗੇ, ਚੰਗੇ ਹੋਣਗੇ ਜਾਂ ਮਾੜੇ। ਅਨਿਕ ਸਾਹਿਬ, ਉੱਧਰ ਕੈਪਟਨ ਅਮਰਿੰਦਰ ਸਿੰਘ ਨੂੰ ਕਰਾਰਾ ਜਿਹੜਾ ਉਹ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ, ਕਿਉਂਕਿ ਚਰਚਾਵਾਂ ਸੀ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਭਾਰਤ ਦੇ ਉਪ ਰਾਸ਼ਟਰਪਤੀ ਜਿਹੜੇ ਆ ਉਹ ਬਣਾਏ ਜਾ ਸਕਦੇ ਆ। ਤੇ ਪਰ ਹੁਣ ਖਬਰਾਂ ਇਹ ਆ ਗਈਆਂ ਕਿ ਮੌਜੂਦਾ ਮੰਤਰੀ ਜਿਹੜੇ ਆ ਕੈਬਨਿਟ ਦੇ, ਮੋਦੀ ਕੈਬਨਿਟ ਦੇ ਮੌਜੂਦਾ ਮੰਤਰੀ ਮੁਖਤਾਰ ਅਬਾਸ ਨਕਵੀ ਜਿਹੜੇ ਉਹ ਅਸਤੀਫਾ ਦੇ ਗਏ ਨੇ। ਤੇ ਹੁਣ ਚਰਚਾਵਾਂ ਇਹ ਨੇ ਕਿ ਉਪ ਰਾਸ਼ਟਰਪਤੀ ਜਿਹੜੇ ਆ ਉਹ ਮੁਖਤਾਰ ਅਬਾਸ ਨਕਵੀ ਨੂੰ ਬਣਾਇਆ ਜਾ ਸਕਦਾ ਹੈ। ਤੇ ਫਿਰ ਇਹਦਾ ਮਤਲਬ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਝਟਕਾ ਲੱਗ ਸਕਦਾ ਹੈ। ਔਰ ਜੇ ਮੁਖਤਾਰ ਅਬਾਸ ਨਕਵੀ ਨੂੰ ਉਪ ਰਾਸ਼ਟਰਪਤੀ ਬਣਾਇਆ ਜਾਂਦਾ ਹੈ, ਕਿਉਂਕਿ ਪਹਿਲਾ ਚਰਚਾ ਕੈਪਟਨ ਅਮਰਿੰਦਰ ਸਿੰਘ ਦੀ ਸੀ। ਸੁਖਵਿੰਦਰ ਜੀ, ਝਟਕਾ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਚਲੋ ਜਿਹੜਾ ਲੱਗਣਾ ਸੋ ਲੱਗਣਾ, ਉਹਦੇ ਸੰਬੰਧੀ ਤਾਂ ਆਪਾਂ ਗੱਲ ਬਾਅਦ ਚ ਕਰਦੇ ਹਾਂ। ਪਰ ਜਿਹੜਾ ਪਹਿਲਾ ਨੁਕਤਾ ਮੁਖਤਾਰ ਅਬਾਸ ਨਕਵੀ ਵਾਲਾ ਤੁਸੀਂ ਉਭਾਰ ਕੇ ਪੇਸ਼ ਕੀਤਾ, ਉਹਦੇ ਉੱਤੇ ਚਰਚਾ ਕਰਨੀ ਜ਼ਰੂਰੀ ਬਣਦੀ ਹੈ। ਉਹ ਘੱਟ ਗਿਣਤੀ ਜਿਹੜੇ ਮੰਤਰਾਲੇ ਉਹਦੇ ਉਹ ਮੰਤਰੀ ਸਨ ਔਰ ਰਾਜ ਸਭਾ ਦੇ ਮੌਜੂਦਾ ਮੈਂਬਰ ਦੇ, ਉਹ ਲੋਕ ਸਭਾ ਦੇ ਮੈਂਬਰ ਨੇ। ਤੇ ਕੱਲ ਉਹਨਾਂ ਦਾ ਜਿਹੜਾ ਮਾਫ ਕਰਨਾ ਅੱਜ ਉਹਨਾਂ ਦਾ ਟੈਨਿਓਰ ਜਿਹੜਾ ਰਾਜ ਸਭਾ ਦਾ ਬਤੌਰ ਮੈਂਬਰ ਵਜੋਂ ਉਹ ਖਤਮ ਹੋ ਰਿਹਾ। ਇਸ ਕਰਕੇ ਉਹਨਾਂ ਵੱਲੋਂ ਰਿਜ਼ਾਈਨ ਜਿਹੜਾ ਉਹ ਦਿੱਤਾ ਗਿਆ ਔਰ ਇਹ ਸਮਝਿਆ ਜਾ ਰਿਹਾ ਕਿ ਉਹਨਾਂ ਨੂੰ ਉਪ ਰਾਸ਼ਟਰਪਤੀ ਦੀ ਜਿਹੜੀ ਚੋਣ ਆ ਲੜਾਈ ਜਾ ਸਕਦੀ ਜਾਂ ਉਹਦੇ ਵਾਸਤੇ ਨਾਮਜ਼ਦ ਕੀਤਾ ਜਾ ਸਕਦਾ। ਉਸ ਦਾ ਕਾਰਨ ਕੀ? ਉਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਇਸ ਵੇਲੇ ਨੂਪੁਰ ਸ਼ਰਮਾ ਦੇ ਮਾਮਲੇ ਦੇ ਵਿੱਚ ਜਿਸ ਤਰੀਕੇ ਨਾਲ ਸੰਸਾਰ ਪੱਧਰ ਤੇ ਇਹ ਭਾਜਪਾ ਦੀ ਜਿਹੜੀ ਮਤਲਬ ਅਸੀਂ ਕਹਿ ਸਕਦੇ ਕਿ ਮਿੱਟੀ ਜਿਹੜੀ ਪਲੀਤ ਹੋ ਰਹੀ ਆ, ਉਹਦੇ ਵਾਸਤੇ ਭਾਜਪਾ ਜ਼ਰੂਰੀ ਆ ਕਿ ਇੱਕ ਮੁਸਲਿਮ ਚਿਹਰਾ ਜਿਹੜਾ ਇੱਕ ਅਜਿਹੇ ਅਹੁਦੇ ਵਾਸਤੇ ਪੇਸ਼ ਕੀਤਾ ਜਾ ਸਕੇ ਜਿਹਦੇ ਉੱਤੇ ਇੱਕ ਭਰੋਸੇਯੋਗਤਾ ਜਿਹੜੀ ਆ ਵਿਸ਼ਵ ਦੇ ਪੱਧਰ ਤੇ ਕਾਇਮ ਜਿਹੜੀ ਆ
ਭਾਜਪਾ ਦੇ ਪ੍ਰਤੀ ਰਹਿ ਸਕੇ ਜਾਂ ਭਾਜਪਾ ਦੀ ਜਿਹੜੀ ਵਿਚਾਰਧਾਰਾ ਆ ਉਹ ਠੀਕ ਬਿਲਕੁਲ। ਜਿਹੜੀ ਉਹ ਲੱਗ ਸਕੇ। ਇਸ ਕਰਕੇ ਮੁਖਤਾਰ ਅਬਾਸ ਨਕਵੀ ਦਾ ਨਾਮ ਜਿਹੜਾ ਉਹ ਇਸ ਪ੍ਰਸੰਗ ਦੇ ਵਿੱਚ ਵਿਚਾਰਿਆ ਜਾ ਰਿਹਾ ਔਰ ਵਿਚਾਰਿਆ ਜਾ ਸਕਦਾ ਹੈਗਾ ਬਿਲਕੁਲ। ਕਿ ਉਹਨਾਂ ਨੂੰ ਉਪ ਮੁੱਖ ਮੰਤਰੀ ਮਾਫ ਕਰਨਾ ਉਪ ਰਾਸ਼ਟਰਪਤੀ ਬਣਾਇਆ ਜਾਵੇ। ਬਣਾਇਆ ਹੁਣ ਰਹਿ ਗਈ ਕੈਪਟਨ ਅਮਰਿੰਦਰ ਸਿੰਘ ਦੀ ਗੱਲ। ਕੈਪਟਨ ਅਮਰਿੰਦਰ ਸਿੰਘ ਦੇ ਪ੍ਰਤੀ ਬਹੁਤ ਕੁਝ ਬੀਤੇ ਦੌਰ 'ਚ ਇਹੋ ਜਿਹਾ ਚੱਲਦਾ ਰਿਹਾ ਕਿ ਉਹਨਾਂ ਨੂੰ ਉਪ ਰਾਸ਼ਟਰਪਤੀ ਬਣਾਇਆ ਜਾ ਸਕਦਾ, ਉਹਨਾਂ ਨੂੰ ਭਾਜਪਾ ਕੋਈ ਵੱਡੀ ਜ਼ਿੰਮੇਵਾਰੀ ਦੇ ਸਕਦੀ ਆ। ਇਹੋ ਜਿਹੀਆਂ ਗੱਲਾਂ ਜਿਹੜੀਆਂ ਆਮ ਚੱਲਦੀਆਂ ਰਹੀਆਂ, ਪਰ ਜੋ ਸਾਡੇ ਸੂਤਰ ਦੱਸਦੇ ਨੇ ਜਾਂ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਆ, ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਔਰ ਭਾਜਪਾ ਦੇ ਜਿਹੜੇ ਉੱਪਰ ਦੇ ਨੇਤਾ ਨੇ ਉਹਨਾਂ ਦੇ ਵਿਚਕਾਰ ਇਸ ਮਸਲੇ ਨੂੰ ਲੈ ਕੇ ਕੋਈ ਵੀ ਜਿਹੜੀ ਸਿੱਧੀ ਮੁਲਾਕਾਤ ਜਾਂ ਸਿੱਧੀ ਮੀਟਿੰਗ ਜਿਹੜੀ ਆ ਉਹ ਨਹੀਂ ਹੋਈ। ਹਾਲਾਂਕਿ ਇਸ ਗੱਲ ਦਾ ਪਤਾ ਲੱਗਾ ਕਿ ਇਹ ਵੀ ਪਤਾ ਲੱਗਾ ਸੀ ਕਿ ਭਾਜਪਾ ਉਹਨਾਂ ਨੂੰ ਕਿਸੇ ਪੱਛਮੀ ਦੇਸ਼ ਦੇ ਵਿੱਚ ਅੰਬੈਸਡਰ ਬਣਾ ਕੇ ਰਾਜਦੂਤ ਬਣਾ ਕੇ ਭੇਜ ਸਕਦੀ ਆ, ਜਾਂ ਉਹਨਾਂ ਨੂੰ ਕਿਸੇ ਰਾਜ ਦਾ ਗਵਰਨਰ ਲਾਇਆ ਜਾ ਸਕਦਾ, ਰਾਜਪਾਲ ਲਾਇਆ ਜਾ ਸਕਦਾ। ਇਹ ਦੋ ਆਪਸ਼ਨ ਜਿਹੜੀਆਂ ਨੇ ਇਹ ਚੱਲਦੀਆਂ ਪਈਆਂ ਨੇ ਭਾਜਪਾ ਦੇ ਖੇਮੇ ਦੇ ਵਿੱਚ। ਉਸ ਵਕਤ ਉਦੋਂ ਜਦੋਂ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਦਾ ਅਗੇਵਾ ਉਹਦੇ ਵਿੱਚ ਕਰ ਦੇਣਗੇ, ਅਜੇ ਉਹ ਭਾਰਤ ਵਿੱਚ ਵਾਪਸ ਅਜੇ ਨਹੀਂ ਪਹੁੰਚੇ। ਸੋ ਉਪ ਰਾਸ਼ਟਰਪਤੀ ਦਾ ਤਾਂ ਝਟਕਾ ਹੈ ਹੀ ਹੈ, ਉਹਨਾਂ ਨੂੰ ਨਹੀਂ ਬਣਾਇਆ ਜਾ ਸਕਦਾ। ਜਿਹੜੀਆਂ ਸਥਿਤੀਆਂ ਮੌਜੂਦਾ ਦੌਰ 'ਚ ਸਾਹਮਣੇ ਆਈਆਂ ਨੇ। ਹਾਂ, ਦੂਜੇ ਪਾਸੇ ਹੁਣ ਇਹ ਵੇਖਣਾ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈਂਦੇ ਆ ਜਾਂ ਨਹੀਂ ਲੈਂਦੇ, ਕਿਉਂਕਿ ਇਹੋ ਜਿਹੇ ਲੋਕ ਹੁੰਦੇ ਆ ਜਿਹੜੇ ਅਖੀਰ ਤੱਕ ਇਸ ਮੁੱਦੇ ਤੇ ਚੱਲਦੇ ਕਿ ਅਸੀਂ ਆਪਣੇ ਸੂਬੇ ਤੋਂ ਬਾਹਰ ਦੀ ਜਿਹੜੀ ਸਰਗਰਮ ਸਿਆਸਤ ਵਿੱਚ ਹਿੱਸਾ ਜਿਹੜਾ ਨਹੀਂ ਲੈਣਾ, ਆਪਣੇ ਸੂਬੇ ਵਿੱਚ ਰਹਿਣਾ। ਪਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੂੰ 2022 ਦੀਆਂ ਚੋਣਾਂ ਦੇ ਵਿੱਚ ਪਤਾ ਲੱਗ ਚੁੱਕਾ ਕਿ ਉਹਨਾਂ ਦੀ ਹੁਣ ਤਾਕਤ ਜਿਹੜੀ, ਉਹਨਾਂ ਦੀ ਸੱਤਾ ਜਿਹੜੀ ਕਿਹੋ ਜਿਹੀ ਆ। ਸੋ ਇਸ ਕਰਕੇ ਹੋ ਸਕਦਾ ਜਦੋਂ ਉਹ ਵਾਪਸ ਆਉਣ, ਪਾਰਟੀ 'ਚ ਰਲੇਵਾਂ ਹੋਵੇ ਉਹਨਾਂ ਦੀ ਪਾਰਟੀ ਦਾ, ਪੰਜਾਬ ਲੋਕ ਕਾਂਗਰਸ ਪਾਰਟੀ ਦਾ, ਤਾਂ ਫਿਰ ਹੋ ਸਕਦਾ ਜਾਂ ਤਾਂ ਉਹਨਾਂ ਨੂੰ ਕਿਸੇ ਸੂਬੇ ਦਾ ਗਵਰਨਰ ਲਾ ਦਿੱਤਾ ਗਵਰਨਰ ਲਾਇਆ ਜਾ ਸਕਦਾ, ਬਿਲਕੁਲ ਵਿਦੇਸ਼ ਦੇ ਵਿੱਚ ਅੰਬੈਸਡਰ ਲਾਇਆ ਜਾ ਸਕਦਾ। ਜੀ ਬਿਲਕੁਲ। ਤਾਂ ਅਣਖੀ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਸੁਖਿੰਦਰ ਜੀ। ਤਾਂ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।